ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹੋਏ ਹਾਂ ਖਾਸ ਪ੍ਰੋਗਰਾਮ ਖਬਰ ਪੜਤਾਲ। ਕੁਝ ਦਿਨਾਂ ਦੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਏ ਹਾਂ ਕਿਉਂਕਿ ਲਗਾਤਾਰ ਡੱਲਾ ਸਾਹਿਬ ਦਿੱਲੀ ਦੇ ਵਿੱਚ ਸੀ, ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਉਸ ਦੇ ਸਬੰਧ ਦੇ ਵਿੱਚ ਵੀ ਗੱਲਬਾਤ ਉੱਥੇ ਕਰ ਰਹੇ ਸੀ ਤੇ ਕੁਝ ਨਿੱਜੀ ਰੁਝੇਵੇਂ ਵੀ ਸੀ। ਸੋ 3-4 ਦਿਨ ਦੇ ਵਕਫੇ ਤੋਂ ਬਾਅਦ ਦੁਬਾਰਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਵੱਡੇ ਸਿਆਸੀ ਫੇਰ ਬਦਲ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਲਗਾਤਾਰ ਜੋ ਸਿੰਘੂ ਮੋਰਚਾ ਲੱਗਿਆ ਜਾਂ ਟਿੱਕਰੀ ਬਾਰਡਰ ਜੋ ਸਰਹੱਦਾਂ ਦੇ ਉੱਤੇ ਲੱਗੇ ਹੋਏ, ਇਹਨਾਂ ਮੋਰਚਿਆਂ ਦੇ ਵਿੱਚ ਹੁਣ ਸਿਆਸੀ ਦਖਲ ਅੰਦਾਜ਼ੀ ਸ਼ੁਰੂ ਹੋ ਚੁੱਕੀ ਹੈ। ਸ਼ਿਵ ਸੈਨਾ ਵਾਲੇ ਵੀ ਉੱਥੇ ਆ ਕੇ ਜਾਂਦੇ ਨੇ ਟਿੱਕਰੀ ਬਾਰਡਰ ਦੇ ਉੱਤੇ। ਸੁਖਬੀਰ ਬਾਦਲ ਇੱਕ ਦਿਨ ਪਹਿਲਾਂ ਮਿਲ ਕੇ ਆਉਂਦੇ ਨੇ। ਪੰਜਾਬ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਆ, ਉਹ ਸੋਨੇ ਦੀ ਕਹੀ ਟਕੈਤ ਹੋਣਾ ਨੂੰ ਦੇਣ ਦੇ ਲਈ ਸੋਨਾ ਇਕੱਠਾ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ। ਤੇ ਉਧਰ ਦੂਜੇ ਪਾਸੇ ਇੱਕ ਅਜਿਹਾ ਆਗੂ ਜਿਹਨੇ ਹਰਿਆਣੇ ਦੇ ਵਿੱਚੋਂ ਵਿਧਾਇਕੀ ਛੱਡੀ, ਅਸਤੀਫਾ ਦਿੱਤਾ, ਉਹ ਸਿੰਘੂ ਬਾਰਡਰ ਪਹੁੰਚ ਜਾਂਦਾ। ਇਸ ਸਾਰੇ ਸਿਆਸੀ ਰੁਝਾਨ ਨੂੰ ਹੁਣ ਕਿੱਦਾਂ ਵੇਖ ਰਹੇ ਹੋ ਤੁਸੀਂ? ਸਾਰੇ ਸਵਾਲ ਬੜੇ ਅਹਿਮ ਤੁਸੀਂ ਕੀਤੇ ਨੇ। ਇੱਕ ਇੱਕ ਕਰਕੇ ਮੈਂ ਸਾਰਿਆਂ ਨੂੰ ਇਕੱਠਾ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ। ਪਾਰਲੀਮੈਂਟ ਦਾ ਸੈਸ਼ਨ ਹੈ ਜਿਹੜਾ ਇਸ ਵਕਤ ਪੂਰਾ ਭਖਿਆ ਹੋਇਆ ਜੀ। ਕੱਲ ਵੀ ਮੁਲਤਵੀ ਹੋਇਆ। ਪਾਰਲੀਮੈਂਟ ਦੇ ਸੈਸ਼ਨ 'ਚ ਸ਼ੁਰੂ ਹੋਈਆਂ ਗੱਲਾਂ ਰਾਜ ਸਭਾ ਦੇ ਵਿੱਚ ਵੀ ਅੜੇ ਹੋਏ ਨੇ ਵਿਰੋਧੀ ਧਿਰਾਂ ਵਾਲੇ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ, ਇਹਨਾਂ 'ਤੇ ਬਹਿਸ ਕੀਤੀ ਜਾਵੇ ਪਹਿਲਾਂ ਤਾਂ। ਔਰ ਕੱਲੇ ਦੇਖੋ, ਮੈਂ ਨਰਿੰਦਰ ਸਿੰਘ ਤੋਮਰ ਉਹਨਾਂ ਨੂੰ ਸੁਣਦਾ ਹੁੰਦਾ ਸੀ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਸੀ, ਕਹਿੰਦੇ ਅਸੀਂ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰਨ ਲਈ ਤਿਆਰ ਹਾਂ। ਕਿਸਾਨਾਂ ਨਾਲ ਕਹਿੰਦੇ ਅਸੀਂ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰਨ, ਸਾਡੇ ਨਾਲ ਕਿਸਾਨ। ਹੁਣ ਪਾਰਲੀਮੈਂਟ 'ਚ ਵਿਰੋਧੀ ਧਿਰਾਂ ਵੀ ਤਾਂ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰਨ ਨੂੰ ਕਹਿ ਰਹੀਆਂ ਨੇ। ਹੁਣ ਕਿਉਂ ਭੱਜ ਰਹੇ ਨੇ ਜੀ? ਹੈ ਗਗਨ, ਹੁਣ ਤੋਮਰ ਸਾਹਿਬ ਸਰਕਾਰ ਤੁਹਾਡੀ, ਹੁਣ ਤੁਸੀਂ ਦੱਸੋ ਵਿਰੋਧੀ ਧਿਰਾਂ ਨੂੰ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰੋ, ਖੁੱਲ੍ਹਾ ਸਮਾਂ। ਕਹਿੰਦੇ ਜੀ ਪਹਿਲਾਂ ਬਹੁਤ ਹੋ ਗਈ ਬਹਿਸ, ਪਹਿਲਾਂ ਸਿਲੈਕਟ ਕਮੇਟੀ ਕੋਲੇ ਨਹੀਂ ਗਿਆ ਇਹ ਪੂਰਾ ਏਜੰਡਾ। ਸੋ ਇਸ ਕਰਕੇ ਪਾਰਲੀਮੈਂਟ ਦੇ ਸੈਸ਼ਨ 'ਚ ਵਿਰੋਧੀ ਧਿਰਾਂ ਨੇ ਦਬਾਅ ਬਣਾ ਲਿਆ ਔਰ ਇਹ ਲਾਜ਼ਮੀ ਸੀ ਕਿਉਂਕਿ ਵਿਰੋਧੀ ਧਿਰਾਂ ਤਾਂ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਸਰਕਾਰ ਵੀ ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਜਿੱਥੇ ਕੋਈ ਸਹਿਮਤੀ ਨਾ ਬਣੇ ਤੇ ਵਿਰੋਧੀ ਧਿਰਾਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਬਹੁਮਤ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਕੋਲੇ ਹੈ, ਪਰ ਇਕੱਲੇ ਬਹੁਮਤ ਦੇ ਨਾਲ ਵੀ ਸਾਰੀਆਂ ਚੀਜ਼ਾਂ ਤੈਅ ਨਹੀਂ ਹੁੰਦੀਆਂ। ਬਹੁਮਤ ਨਾਲ ਕਾਨੂੰਨ ਪਾਸ ਹੋ ਸਕਦੇ ਹੈ, ਪਰ ਬਹੁਮਤ ਨਾਲ ਪਾਸ ਕੀਤੇ ਕਾਨੂੰਨ ਸਾਰੇ ਲੋਕ ਸੰਤੁਸ਼ਟ ਹੋ ਜਾਣੇ ਗੱਲ ਸੰਭਵ ਨਹੀਂ। ਇਸ ਕਰਕੇ ਡੈਮੋਕ੍ਰੇਸੀ 'ਚ ਇਕੱਲੇ ਬਹੁਮਤ ਨਾਲ ਹੀ ਸਭ ਕੁਝ ਨਹੀਂ ਕੀਤਾ ਜਾਣਾ ਚਾਹੀਦਾ। ਬਹੁਮਤ ਆਉਣ ਦੇ ਬਾਵਜੂਦ ਵੀ ਕਿਸੇ ਇੱਕ ਮੁੱਦੇ ਤੇ ਸਰਬਸੰਮਤੀ ਬਣਾ ਲੈਣੀ ਚਾਹੀਦੀ ਹੈ। ਸੋ ਇਹਨਾਂ ਖੇਤੀ ਕਾਨੂੰਨਾਂ ਤੇ ਕੋਈ ਸਰਬਸੰਮਤੀ ਨਹੀਂ ਸੀ ਬਣੀ। ਹਜੇ ਵੀ ਮੌਕਾ ਹੈ ਸਰਕਾਰ ਕੋਲੇ ਕਿ ਸਰਕਾਰ ਇਹਨਾਂ ਪਾਰਲੀਮੈਂਟ ਦੇ ਸੈਸ਼ਨ 'ਚ ਇਹਨਾਂ ਕਾਨੂੰਨਾਂ ਤੇ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰੇ, ਜਵਾਬ ਦੇਵੇ, ਬਹਿਸ ਦਾ ਮੌਕਾ ਦੂਸਰੀਆਂ ਪਾਰਟੀਆਂ ਨੂੰ ਦੇਵੇ ਔਰ ਕੋਈ ਪਾਰਲੀਮੈਂਟ 'ਚ ਸਰਕਾਰ ਆਮ ਸਹਿਮਤੀ ਬਣਾ ਲੇ ਇਹਨਾਂ 3 ਕਾਨੂੰਨਾਂ ਤੇ। ਕੋਈ ਰੱਦ ਕਰਨ ਦੀ ਗੱਲ ਹੈ ਤੇ ਪਾਰਲੀਮੈਂਟ ਦੇ ਵਿੱਚ ਤੈਅ ਹੋ ਜੇ। ਅਗਰ ਕੋਈ ਨਵੇਂ ਆਰਡੀਨੈਂਸ ਦੀ ਜ਼ਰੂਰਤ ਹੈ ਉਹ ਪਾਰਲੀਮੈਂਟ ਦੇ ਵਿੱਚ ਤੈਅ ਹੋ ਜੇ, ਪਰ ਗੱਲ ਜ਼ਰੂਰ ਹੋਵੇ। ਔਰ ਪਾਰਲੀਮੈਂਟ 'ਚ ਗੱਲ ਹੋਣ ਤੋਂ ਬਾਅਦ ਫਿਰ ਕਿਸਾਨਾਂ ਨਾਲ ਵੀ ਗੱਲ ਜ਼ਰੂਰ ਹੋਵੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੁਣਿਆ ਜਾਣਾ ਚਾਹੀਦਾ। ਔਰ ਮੈਂ ਗਗਨ 3 ਦਿਨ ਦਿੱਲੀ 'ਚ ਦੇਖਿਆ, ਗਾਜ਼ੀਪੁਰ ਬਾਰਡਰ ਤੇ ਬਹੁਤ ਜ਼ਿਆਦਾ ਰਸ਼ ਹੋ ਰਿਹਾ, ਟਿੱਕਰੀ ਬਾਰਡਰ ਤੇ ਬਹੁਤ ਜ਼ਿਆਦਾ ਰਸ਼ ਹੋ ਰਿਹਾ। ਬਹੁਤ ਲੰਮਾ ਟਿੱਕਰੀ ਬਾਰਡਰ ਦੇ ਉੱਤੇ ਰਸ਼ ਸੀ ਔਰ ਮੈਂ ਗਿਆ ਵੀ ਟਿੱਕਰੀ ਬਾਰਡਰ ਦੇ ਜ਼ਰੀਏ ਸੀ ਦਿੱਲੀ। ਮੈਂ ਸਿੱਧਾ ਪਾਣੀਪਤ ਤੋਂ ਰੋਹਤਕ ਔਰ ਰੋਹਤਕ ਤੋਂ ਝੱਜਰ ਟਿੱਕਰੀ ਬਾਰਡਰ ਹੁੰਦੇ ਹੋਏ, ਨਜਫਗੜ੍ਹ ਹੁੰਦੇ ਹੋਏ ਫਿਰ ਮੈਂ ਦਿੱਲੀ ਪਹੁੰਚਿਆ ਜੀ। ਔਰ ਤੁਸੀਂ ਦੇਖੋ, ਮੈਂ ਕਿਸੇ ਅਖਬਾਰ ਦੇ ਸਿਲਸਿਲੇ ਦੇ ਵਿੱਚ ਗਿਆ ਹੋਇਆ ਸੀ। ਸੋ ਆਉਂਦੇ ਦਿਨਾਂ ਦੇ ਵਿੱਚ ਬਹੁਤ ਹੋਰ ਅਸੀਂ ਆਪਣਾ ਯੋਗਦਾਨ ਪੱਤਰਕਾਰਤਾ ਦੇ ਵਿੱਚ ਅਸੀਂ ਪਾਵਾਂਗੇ ਆਉਂਦੇ ਸਮਿਆਂ ਦੇ ਵਿੱਚ। ਔਰ ਸਾਡੇ ਪ੍ਰੋਗਰਾਮ ਜਿਹੜੇ ਚੱਲਦੇ ਨੇ ਬਾਹਰ ਵੱਖ-ਵੱਖ ਚੈਨਲਾਂ ਦੇ ਲਈ, ਇਹਨਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਜਾਰੀ ਰਹੂਗਾ। ਔਰ ਜਿਹੜੀ ਗਗਨ ਮੈਂ ਗੱਲ ਕਰ ਰਿਹਾ ਸੀ, ਸਿੰਘੂ ਬਾਰਡਰ ਤੇ ਵੀ ਰਸ਼ ਬਹੁਤ ਵਧਿਆ ਪਹਿਲਾਂ ਦੇ ਨਾਲੋਂ। ਭਾਵੇਂ ਉੱਥੇ ਮੈਂ ਤਸਵੀਰਾਂ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀ। ਮੈਂ ਆਪਣੀ ਜ਼ਿੰਦਗੀ 'ਚ ਡੈਮੋਕ੍ਰੇਸੀ 'ਚ ਅਜਿਹੀਆਂ ਤਸਵੀਰਾਂ ਪਹਿਲੀ ਵਾਰ ਦੇਖੀਆਂ ਨੇ ਜਿੱਥੇ ਆਪਣੀ ਸਰਕਾਰ ਆਪ ਸੜਕ ਪੱਟਦੀ ਹੋਵੇ ਤੇ ਫਿਰ ਆਪਣੀ ਸਰਕਾਰ ਜੋ ਕੁਝ ਦਿੱਲੀ 'ਚ ਹੋ ਰਿਹਾ ਇਸ ਤਰ੍ਹਾਂ ਕਰਦੀ ਹੋਵੇ। ਦੇਖੋ, ਉਹ ਪਿਲਰਾਂ ਦੇ ਵਿੱਚ ਕਹਿੰਦੇ ਕੰਕਰੀਟ ਹੀ ਭਰਤੀ, ਉਹ ਪੱਕਾ ਹੀ ਕੰਮ ਕਰਤਾ, ਕਿੱਲਾਂ ਵਿਛਾਤੀਆਂ। ਮੈਂ ਦੇਖੀ ਜਾਂਦਾ ਸੀ, ਮਿਸਤਰੀ ਬੈਠਾ ਸੀ, ਬਿਲਕੁਲ ਹੈ ਨਹੀਂ, ਉਹ ਕਿੱਲਾਂ ਹੀ ਜਿਵੇਂ ਆਪਣੇ ਕਈ ਵਾਰੀ ਕੰਧ ਤੇ ਗਰਿੱਲਾਂ ਲਾਈਆਂ ਹੁੰਦੀਆਂ ਨੇ ਤਿੱਖੀਆਂ, ਵੈਸੇ ਆਪਾਂ ਆਮ ਤੌਰ ਤੇ ਪਿੰਡਾਂ 'ਚ ਕੰਚ ਲਾ ਦਿੰਦੇ ਸੀ ਜੀ, ਵੀ ਨਾ ਕੋਈ ਕੰਚ ਫੜ ਕੇ ਉੱਪਰ ਚੜ੍ਹ ਸਕੂ ਨਾ ਕੋਈ ਉਤਰੂ। ਅੱਜ ਕੱਲ੍ਹ ਤਾਂ ਬੂਟ ਇਹੋ ਜਿਹੇ ਆ ਗਏ, ਲੋਹੇ ਵਰਗੇ ਆ ਗਏ, ਉਹ ਕੰਚ ਨੂੰ ਸਮਝਦੇ ਕੁਛ ਨਹੀਂ, ਕੰਚ ਤੇ ਚੜ੍ਹ ਜਾਂਦੇ ਜੀ। ਤੇ ਪੰਜਾਬੀਆਂ ਦੇ ਤਾਂ ਵੈਸੇ ਹੀ ਐਡੇ ਜਿਗਰੇ, ਐਡੇ ਜੇਰੇ ਹੁੰਦੇ ਨੇ। ਪੰਜਾਬੀ ਸਰਹੱਦ ਤੇ ਨਹੀਂ ਡਰੇ ਕਿ ਪਰਲੇ ਪਾਸਿਓਂ ਉਹ ਲੋਹੇ ਵਾਲੀ ਆਉਂਦੀ ਹੈ, ਉਹਦੇ ਤੋਂ ਨਹੀਂ ਡਰੇ ਪੰਜਾਬੀ ਤਾਂ ਕਦੀ। ਦੇਸ਼ ਤਾਂ ਹੀ ਆਜ਼ਾਦ ਹੋਇਆ ਨਾ। ਬਿਲਕੁਲ। ਸੋ ਅਸੀਂ ਆਪਣੀਆਂ ਸੜਕਾਂ ਦੀ ਕਿੱਲ ਲਾਈ ਜਾਂਦੇ ਹਾਂ, ਇਹ ਸਮਝ ਹੀ ਨਹੀਂ ਆਈ ਗੱਲ। ਬਿਲਕੁਲ। ਸੋ ਇਸ ਕਰਕੇ ਅਗਰ ਅਜਿਹਾ ਨਾ ਹੋਵੇ, ਸਾਡੀ ਐਡੀ
ਡੈਮੋਕ੍ਰੇਸੀ ਦੁਨੀਆ ਉਦਾਹਰਨ ਦਿੰਦੀ ਹੈ ਸਾਡੀ ਡੈਮੋਕ੍ਰੇਸੀ ਦੀ। ਦੇਖੋ ਆ ਅਮਰੀਕਾ 'ਚ ਜੋ ਕੁਝ ਹੋਇਆ ਹੈ ਜੀ, ਆ ਲੋਕਾਂ ਨੇ ਥੂ ਥੂ ਕਰਤੀ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ ਵੀ ਆ ਕੀ ਹੋਈ ਜਾਂਦਾ ਅਮਰੀਕਾ 'ਚ। ਸੋ ਸਾਡੀ ਤਾਂ ਐਡੀ ਅਮੀਰ ਡੈਮੋਕ੍ਰੇਸੀ ਆ, ਪੂਰੀ ਦੁਨੀਆ 'ਚ ਸਾਡੀ ਡੈਮੋਕ੍ਰੇਸੀ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਵੀ ਇੰਨੇ ਭਾਈਚਾਰੇ, ਇੰਨੇ ਧਰਮਾਂ ਦਾ ਮੁਲਕ ਹੈ, ਇੰਨੇ ਧਰਮ, ਇੰਨੇ ਧਾਰਮਿਕ ਅਦਾਰੇ, ਪੂਰੀ ਦੁਨੀਆ ਨਾਲੋਂ ਵੱਧ ਸਾਡੀ ਕਲਚਰਲ ਵਿਰਾਸਤ ਹੈ, ਰਿਲੀਜੀਅਸ ਵਿਰਾਸਤ ਹੈ ਸਾਡੀ। ਕਿੰਨੇ ਸਾਡੇ ਗੁਰੂਆਂ ਨੇ ਸ਼ਹੀਦਾਂ ਦਿੱਤੀਆਂ, ਕਿੰਨੇ ਦੇਵੀ ਦੇਵਤਾ ਸਾਡੇ ਇੱਥੇ ਪੂਜਨੀਏ ਨੇ, ਬਿਲਕੁਲ ਹੈ ਜੀ। ਔਰ ਸ਼ਹਾਦਤਾਂ ਕਿਵੇਂ ਦਿੱਤੀਆਂ, ਦੇਖੋ ਸਾਡੇ ਸਭ ਤੋਂ ਜਿਹੜੇ ਮੈਂ ਕਹੂੰਗਾ ਕਿ ਬਾਲੜੇ ਸ਼ਹੀਦ ਜੀ, ਦੇਖੋ ਕੰਧਾਂ 'ਚ ਜਿਨ੍ਹਾਂ ਨੂੰ ਚਿਣਤਾ ਸੀ ਵਜ਼ੀਰ ਖਾਨ ਨੇ। ਸੋ ਹਾਲਾਂਕਿ ਦੇਖੋ ਬਾਅਦ ਦੇ ਵਿੱਚ ਕੁਦਰਤ ਨੇ ਕਿੱਡੀ ਤਾਕਤ ਸਾਰਿਆਂ ਨੂੰ ਬਖਸ਼ੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ ਦਿੱਤੀ। ਉਹ ਸਾਡਾ ਮੁਲਕ ਕੁਰਬਾਨੀਆਂ ਦਾ। ਆ ਹੋਣ ਵਾਲੇ ਸਮਿਆਂ 'ਚ ਲੈ ਲਓ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਹੋ ਗਏ ਆਪਣੇ, ਹੈ ਜੀ। ਕਿੰਨੇ ਸਾਡੇ ਮੁਲਕ 'ਚ ਐਡੇ ਸ਼ਹੀਦ ਨੇ। ਇਕੱਲਾ ਭਗਤ ਸਿੰਘ ਨਹੀਂ, ਰਾਜਗੁਰੂ ਤੇ ਸੁਖਦੇਵ ਵੀ ਬਰਾਬਰ ਦੀਆਂ ਬਾਹਾਂ ਸੀ ਤਿੰਨੇ। ਇਹ ਤਿੰਨੇ ਬੜੇ ਚੰਗੇ ਦੋਸਤ ਵੀ ਸੀ ਕਹਿੰਦੇ, ਔਰ ਤਿੰਨੇ ਪੱਤਰਕਾਰਤਾ ਵੀ ਕਰਦੇ ਰਹੇ ਨੇ। ਭਗਤ ਸਿੰਘ ਤਾਂ ਆਪ ਬਹੁਤ ਕਰਦਾ ਰਿਹਾ। ਸੋ ਇਸ ਕਰਕੇ ਆ ਸਾਡੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜੀ। ਸੋ ਆਪਣੇ ਸਾਰੇ ਕਿਸਾਨ ਵੀ ਆਪਣੇ, ਸਰਕਾਰ ਵੀ ਆਪਣੀਆਂ, ਫਿਰ ਆਪਾਂ ਆਪਣੀਆਂ ਆਪਣੇ ਮੋਰਚਿਆਂ ਤੇ ਧਰਨਿਆਂ ਦੇ ਆਲੇ ਦੁਆਲੇ ਜੇ ਕੰਧਾਂ ਕੱਢ ਦਿਆਂਗੇ, ਹੈ ਜੀ, ਇੰਨਾ ਜ਼ੋਰ ਸਰਹੱਦ ਤੇ ਲਾ ਲੈਣਾ ਚਾਹੀਦਾ। ਬਿਲਕੁਲ ਸਰਹੱਦ ਤੇ ਇੰਨਾ ਜ਼ੋਰ ਲਾ ਲੈਣਾ ਚਾਹੀਦਾ। ਇਹ ਚੀਜ਼ ਮੈਨੂੰ ਜ਼ਿਆਦਾ ਚੰਗੀ ਨਹੀਂ ਲੱਗੀ, ਔਰ ਇਹ ਕਿਤੇ ਨਾ ਕਿਤੇ ਇਹ ਨਹੀਂ ਹੋਣਾ ਚਾਹੀਦਾ ਸੀ। ਪਾਰਲੀਮੈਂਟ 'ਚ ਕਰੋ ਨਾ ਬਹਿਸ, ਤੁਸੀਂ ਜਾ ਕੇ ਹੁਣ ਪਾਰਲੀਮੈਂਟ 'ਚ ਸਰਕਾਰ ਵਿਰੋਧੀ ਧਿਰਾਂ ਨਾਲ ਕਰੇ ਬਹਿਸ, ਪੁਆਇੰਟ ਟੂ ਪੁਆਇੰਟ ਡਿਸਕਸ਼ਨ ਕਰਨ। ਜਿਵੇਂ ਕਿਸਾਨਾਂ ਨੂੰ ਮਿਲਣ ਆਉਂਦੇ ਸੀ, ਰੋਟੀ ਪਾਣੀ ਦਾ ਪ੍ਰਬੰਧ ਕਰਦੇ ਸੀ ਨਾ ਕਿਸਾਨਾਂ ਲਈ ਜੀ, ਹਾਲਾਂਕਿ ਕਿਸਾਨ ਤਾਂ ਗੁਰੂ ਕਾ ਲੰਗਰ ਲੈ ਕੇ ਜਾਂਦੇ ਸੀ। ਸੋ ਉੱਥੇ ਕਰੋ ਆਪਣਾ ਇੰਤਜ਼ਾਮ ਚਾਹ ਪਾਣੀ ਦਾ, ਪਾਰਲੀਮੈਂਟ 'ਚ ਹੀ ਕਰੋ ਗੱਲਬਾਤ ਸਾਰੀਆਂ ਵਿਰੋਧੀ ਧਿਰਾਂ ਦੇ ਨਾਲ। ਫਿਰ ਪਤਾ ਲੱਗਦਾ ਕਿ ਹਾਂ ਸਾਡੀ ਡੈਮੋਕ੍ਰੇਸੀ ਅੱਜ ਵੀ ਕਿੱਡੀ ਅਮੀਰ ਬਣ ਰਹੀ ਆ। ਹੋਰ ਜੀ ਵਿਰਾਸਤ ਤੇ ਅਮੀਰੀ ਘਟਣੀ ਨਹੀਂ ਚਾਹੀਦੀ, ਸੋਚ ਦੀ ਵੀ ਔਰ ਕਿਰਦਾਰ ਦੀ ਵੀ। ਬਿਲਕੁਲ। ਸੋ ਇਸ ਦੇ ਨਾਲ ਹੀ ਢਿੱਲੋਂ ਸਾਹਿਬ, ਜਿਸ ਤਰ੍ਹਾਂ ਪਾਰਲੀਮੈਂਟ ਸੈਸ਼ਨ ਅੱਜ ਫੇਰ ਹੈ, ਜਦੋਂ ਕੱਲ ਪਾਰਲੀਮੈਂਟ ਸੈਸ਼ਨ ਖਤਮ ਕੀਤਾ ਜਾਂਦਾ, ਉਸ ਦਰਮਿਆਨ ਸਪੀਕਰ ਸਾਹਿਬ ਨੇ ਕਿਹਾ ਸੀ ਕਿ ਅੱਜ ਭਾਵ ਬੁੱਧਵਾਰ ਨੂੰ ਕਿਸਾਨੀ ਮਸਲੇ ਦੇ ਉੱਤੇ ਚਰਚਾ ਜਿਹੜੀ ਪਾਰਲੀਮੈਂਟ ਦੇ ਵਿੱਚ ਕਰਾਂਗੇ। ਸੋ ਅੱਜ ਦੇ ਦਿਨ ਦੇ ਵਿੱਚ ਕੀ ਲੱਗ ਰਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਬਹੁਤ ਖੁੱਲ੍ਹ ਕੇ ਚਰਚਾ ਹੋਊਗੀ, ਜਿਸ ਤਰ੍ਹਾਂ ਵਿਰੋਧੀ ਧਿਰਾਂ ਕੱਲ੍ਹ ਵੀ ਜਦੋਂ ਆਪਾਂ ਸੁਣ ਰਹੇ ਸੀ ਸਪੀਕਰ ਸਾਹਿਬ ਗੱਲਬਾਤ ਕਰ ਰਹੇ, ਬਹੁਤ ਉੱਚੀ ਰੌਲਾ ਜਿਹੜਾ ਪੈ ਰਿਹਾ ਸੀ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ, ਵਾਪਸ ਲਓ, ਤੇ ਅੱਜ ਉਹੀ ਕੁਝ ਵੇਖਣ ਨੂੰ ਮਿਲੂ। ਫਿਰ ਦੇਖੋ ਜਿਵੇਂ ਸਾਡੇ ਕੱਚੀ ਜਮਾਤ ਦੇ ਵਿਦਿਆਰਥੀ ਬਹੁਤ ਛੋਟੇ ਹੁੰਦੇ ਨਾ, ਜਿਹੜੇ ਅੱਜ ਕੱਲ੍ਹ ਨਵਾਂ ਸਿਸਟਮ ਆ ਗਿਆ ਅੰਗਰੇਜ਼ੀ 'ਚ, ਉਹਨੂੰ ਕਰਚ ਵੀ ਕਹਿੰਦੇ ਮੇਰੇ ਖਿਆਲ ਨਾਲ ਜੀ, ਛੋਟੇ ਛੋਟੇ ਸਕੂਲ, ਉੱਥੇ ਵੀ ਸਾਡੇ ਜਿਹੜੇ ਵਿਦਿਆਰਥੀ ਨੇ ਛੋਟੇ ਛੋਟੇ, ਉਹ ਐਂ ਕਾਵਾਂ ਰੋਲੀ ਉੱਥੇ ਪੈਂਦੀ ਹੁੰਦੀ। ਉਹੀ ਸਾਡਾ ਪਾਰਲੀਮੈਂਟ ਦਾ ਹਾਲ ਹੈ। ਦੇਖੋ ਸਾਡਾ ਮੰਦਿਰ ਹੈ ਪਾਰਲੀਮੈਂਟ, ਪਰ ਉੱਥੇ ਹੋ ਕੀ ਰਿਹਾ ਦੇਖੋ, ਚੀਕਾਂ ਚੀਕ ਚਿਹਾੜਾ, ਪਤਾ ਨਹੀਂ ਲੱਗਦਾ ਕੋਈ ਕਿੱਧਰ ਤੁਰਿਆ ਫਿਰਦਾ ਹੈ। ਮੈਂ ਰਾਤ ਵਾਲੇ ਸ਼ੋਅ 'ਚ ਵੀ ਗੱਲ ਕੀਤੀ ਸੀ, ਇੱਕ ਵਾਰੀ ਵਿਧਾਨ ਸਭਾ 'ਚ ਵੀ ਮੈਂ ਕਿਸੇ 'ਚ ਸੁਣ ਰਿਹਾ ਸੀ, ਇੱਕ ਕੋਈ ਵਿਧਾਇਕ ਸੀ, ਉਹ ਦੂਜੀ ਫਿਲਮ ਹੀ ਦੇਖੀ ਜਾਂਦਾ ਸੀ ਬੈਠਾ ਜੀ। ਸੋ ਇਹੋ ਜਿਹੇ ਕਿਰਦਾਰਾਂ ਤੋਂ ਬਚਣ ਦੀ ਲੋੜ ਹੈ ਸਾਡੀ ਡੈਮੋਕ੍ਰੇਸੀ ਨੂੰ। ਔਰ ਪਾਰਲੀਮੈਂਟ 'ਚ ਦੇਖੋ ਹੁਣ ਕਿਸਾਨਾਂ ਨਾਲ ਜਦੋਂ ਮੀਟਿੰਗ ਹੁੰਦੀ ਸੀ ਸਰਕਾਰ ਦੀ, ਉਹ ਸੁਧਰੇ ਰੂਪ 'ਚ ਮੀਟਿੰਗ ਹੁੰਦੀ ਸੀ। ਕਿਸਾਨ ਕਿੱਡੀ ਸ਼ਾਂਤੀ ਨਾਲ ਇਕੱਠੇ ਹੋ ਕੇ ਬਹਿ ਕੇ ਗੱਲ ਕਰਦੇ ਸੀ। ਕਦੀ ਮਾੜਾ ਮੋਟਾ ਸਰਕਾਰ ਨਹੀਂ ਸੁਣਦੀ ਸੀ ਜਦੋਂ, ਤਾਂ ਮਾੜੇ ਜਿਹੇ ਇਕੱਠੇ ਹੁੰਦੇ ਸੀ ਹਾਂ ਦਾ ਨਾਰਾ ਮਾਰਨ ਲਈ। ਬਿਲਕੁਲ ਪਾਰਲੀਮੈਂਟ 'ਚ ਉਸ ਰੂਪ 'ਚ ਬੈਠਕ ਹੋਣੀ ਚਾਹੀਦੀ ਹੈ, ਪੁਆਇੰਟ ਟੂ ਪੁਆਇੰਟ ਪਾਰਲੀਮੈਂਟ 'ਚ ਡਿਸਕਸ਼ਨ ਹੋਵੇ, ਪੂਰਾ ਮੁਲਕ ਸੁਣੇ। ਔਰ ਸਾਰੇ ਮੈਂ ਇਹ ਵੀ ਕਹਿੰਦਾ ਕਿ ਸਾਰੇ ਪੰਜਾਬੀਆਂ ਲਈ ਨਹੀਂ, ਸਾਰੇ ਮੁਲਕ ਲਈ, ਸਾਰੇ ਵਿਦਿਆਰਥੀਆਂ ਲਈ ਇਹ ਜ਼ਰੂਰੀ ਹੋਵੇ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨਾਂ ਦੀ ਪੁਆਇੰਟ ਟੂ ਪੁਆਇੰਟ ਡਿਸਕਸ਼ਨ ਸੁਣੋ। ਜੇ ਸਰਕਾਰ ਕਹਿੰਦੀ ਹੈ ਇਹਦੇ 'ਚ ਬਹੁਤ ਕੁਝ ਫਾਇਦੇਮੰਦ ਹੈ, ਪਤਾ ਤਾਂ ਲੱਗ ਜਾਏ ਕੀ ਫਾਇਦੇਮੰਦ ਹੈ ਜੀ। ਬਿਲਕੁਲ ਹੈ ਜੀ, ਅਗਰ ਫਾਇਦੇਮੰਦ ਹੈ ਉਹ ਵੀ ਪਤਾ ਲੱਗ ਜੂ, ਅਗਰ ਚਿਪਸ ਦੇ ਲਿਫਾਫੇ 'ਚ ਹਵਾ ਹੈ ਉਹ ਵੀ ਪਤਾ ਲੱਗ ਜੂ ਵੀ ਕਿੰਨੀ ਕੁ। ਬਿਲਕੁਲ ਕਈ ਵਾਰੀ ਮੈਂ ਚਿਪਸ ਦਾ ਲਿਫਾਫਾ ਜਵਾਕ ਲੈਂਦੇ ਆ ਨਾ ਜੀ, ਉਹ ਬੜਾ ਕੁਝ ਹੁੰਦਾ, ਜਵਾਕ ਵੀ ਦੇਖੋ ਕਿੱਡਾ ਵੱਡਾ ਲਿਫਾਫਾ, ਉਹ ਵਿੱਚ ਹਵਾ ਜ਼ਿਆਦਾ ਹੁੰਦੀ, ਚਿਪਸ ਛੋਟਾ ਹੁੰਦਾ, ਥੋੜਾ ਹੁੰਦਾ। ਉਹ ਜਦੋਂ ਜਵਾਕ ਖੋਲਦੇ ਉਹਨੂੰ ਵਿੱਚੋਂ ਥੋੜੇ ਜਿਹੇ ਆਲੂ ਹੁੰਦੇ ਤਲੇ ਹੋਏ। ਬਿਲਕੁਲ ਚਿਪਸ, ਮੈਂ ਕਿਸੇ ਬ੍ਰਾਂਡ ਦੀ ਗੱਲ ਨਹੀਂ ਕਰਦਾ, ਮੈਂ ਉਹਨਾਂ ਨੂੰ ਚਿਪਸ ਹੀ ਕਹਿੰਦੇ ਨੇ। ਬਿਲਕੁਲ ਚਿਪਸ ਕਹਿੰਦੇ, ਉਹ ਮਤਲਬ ਕਿਸੇ ਬ੍ਰਾਂਡ ਦੀ ਗੱਲ ਨਹੀਂ ਕਰਦਾ, ਸਵਾਦ ਹੁੰਦੇ ਉਹ, ਮੈਂ ਵੀ ਖਾਧਿਆ ਕਈ ਵਾਰੀ, ਮਤਲਬ ਉਹਨਾਂ ਦੀ ਕੁਆਲਿਟੀ ਤੇ ਮੈਂ ਕੋਈ ਸਵਾਲ ਨਹੀਂ ਖੜਾ ਕਰ ਰਿਹਾ, ਪਰ ਉਹ ਲਿਫਾਫੇ 'ਚ ਹਵਾ ਭਰੀ ਹੁੰਦੀ। ਸੋ ਖੇਤੀ ਕਾਨੂੰਨਾਂ ਦੇ ਲਿਫਾਫੇ ਨੂੰ ਵੀ ਖੋਲ ਦਿਓ ਪਾਰਲੀਮੈਂਟ 'ਚ, ਤਾਂ ਕਿ ਪਤਾ ਲੱਗ ਜਾਏ ਜਿਹੜਾ ਤੁਸੀਂ ਕਹਿ ਰਹੇ ਹੋ ਬਹੁਤ ਚੰਗੇ ਨੇ, ਪਤਾ ਲੱਗ ਜਾਏ ਭਾਈ ਇਹ 'ਚ ਕੀ ਕੀ ਚੰਗਾ। ਜਦੋਂ ਵਿਰੋਧੀ ਕਾਊਂਟਰ ਕਰਨਗੇ, ਔਰ ਮੇਰੀ ਬੜੀ ਇੱਛਾ ਸੀ ਗਗਨ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰੀ ਕਿਤੇ ਜਵਾਬ ਦੇ ਸਕਦੇ, ਇਸ ਬਹਿਸ ਦੇ ਵਿੱਚ ਹਿੱਸਾ ਬਣ ਸਕਦੇ, ਅਗਰ ਚੰਗੇ ਪੱਧਰ ਤੇ ਬਹਿਸ ਹੁੰਦੀ। ਸੋ ਸਾਡੇ ਫਾਈਨਾਂਸ ਮਿਨਿਸਟਰ ਨੂੰ
ਪੀ ਚਿਦੰਬਰਮ ਸਾਹਿਬ ਨੂੰ, ਇਹਨਾਂ ਸਾਰਿਆਂ ਨੂੰ ਖੇਤੀ ਕਾਨੂੰਨਾਂ ਤੇ ਅਗਰ ਬਹਿਸ ਕਰਦੇ ਲੋਕ ਸੁਣ ਲੈਣ ਭਾਰਤ ਦੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੋ ਹੀ ਜਾਊਗਾ ਨਾ। ਬਿਲਕੁਲ। ਸੋ ਇਹ ਮਤਲਬ ਇਸ ਤਰੀਕੇ ਦੀ ਜਿਹੜੀ ਪਾਰਲੀਮੈਂਟ 'ਚ ਡਿਬੇਟ ਹੋਣੀ ਚਾਹੀਦੀ ਹੈ ਖੇਤੀ ਕਾਨੂੰਨਾਂ ਤੇ, ਤਾਂ ਕਿ ਸਾਨੂੰ ਸਮਝ ਆਵੇ ਕਿ ਇਹ ਡਿਬੇਟ ਕਿੰਨੀ ਇੰਪੋਰਟੈਂਟ ਹੈ ਔਰ ਸਾਨੂੰ ਸਭ ਕੁਝ ਉਹਦੇ 'ਚੋਂ ਪਤਾ ਲੱਗ ਰਿਹਾ ਹੈ। ਜੀ। ਪਰ ਅੱਜ ਵੀ ਮੈਨੂੰ ਲੱਗਦਾ ਨਹੀਂ ਅਜਿਹਾ ਕੁਝ ਹੋਊਗਾ। ਰੌਲਾ ਰੱਪਾ ਜ਼ਿਆਦਾ ਪੈਣਾ, ਤੁਸੀਂ ਦੇਖ ਲਿਓ ਜੀ। ਹੈ ਜੀ, ਰੌਲਾ ਰੱਪਾ ਜ਼ਿਆਦਾ ਪੈਣਾ ਜੀ। ਜਿਵੇਂ ਕੋਈ ਰੋੜਾ ਮਾਰਦੇ ਮਖਿਆਲ ਲੱਗਿਆ ਹੁੰਦਾ ਨਾ ਜੀ ਦਰਖਤ ਤੇ, ਕਈ ਵਾਰੀ ਸ਼ਰਾਰਤੀ ਕੋਈ ਰੋੜਾ ਮਾਰ ਜਾਂਦਾ, ਮੁੜ ਕੇ ਸਾਰੇ ਮਖਿਆਲ ਉੱਡ ਕੇ ਖਰੂ ਪਾ ਦਿੰਦੇ। ਜੀ। ਇਹੋ ਜਿਹਾ ਕੁਝ ਹੋ ਜਾਣਾ ਫਿਰ ਪਾਰਲੀਮੈਂਟ 'ਚ ਅੱਜ ਮੈਨੂੰ ਲੱਗਦਾ। ਬਿਲਕੁਲ। ਸੋ ਡੱਲਾ ਸਾਹਿਬ, ਇਸ ਦੇ ਨਾਲ ਹੀ ਜੋ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਚੱਲ ਰਿਹਾ ਉਹਦੇ ਵੱਲ ਵਧੀਏ ਤਾਂ ਲੱਗਦਾ ਹੈ ਕਿ ਇੱਕ ਅਸਤੀਫਾ ਦੇ ਕੇ ਆਏ ਸੀ ਤੇ ਉਹਨੂੰ ਸਿੰਘੂ ਬਾਰਡਰ ਦੇ ਉੱਤੇ ਉਹਨਾਂ ਨੂੰ ਬੋਲਣ ਦੇ ਲਈ ਥਾਂ ਮਿਲੀ ਹੈ, ਤੇ ਹੁਣ ਨਵੇਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਸਕਦਾ ਕਿ ਸਾਰੇ ਇੱਕ ਇੱਕ ਕਰਕੇ ਜੋ ਸਟੇਜ ਦੇ ਉੱਤੇ ਪਹੁੰਚਣਾ ਤਾਂ ਅਸਤੀਫੇ ਜਿਹੜੀ ਵਿਧਾਇਕੀ ਆ ਉਹ ਛੱਡ ਕੇ ਜਾਣਗੇ। ਦੇਖੋ, ਮੈਂ ਦੋ ਗੱਲਾਂ ਕਹਿਣਾ ਚਾਹੂੰਗਾ। ਜਿਸ ਤੇਜ਼ੀ ਦੇ ਨਾਲ ਔਰ ਗਾਜੀਪੁਰ ਦਾ ਅੰਦੋਲਨ, ਟਿੱਕਰੀ ਬਾਰਡਰ ਦਾ ਅੰਦੋਲਨ ਔਰ ਸਿੰਘੂ ਬਾਰਡਰ ਦਾ ਅੰਦੋਲਨ ਉਭਾਰ ਲੈ ਗਿਆ, ਜੀ। 26 ਜਨਵਰੀ ਨੂੰ ਜੋ ਕੁਝ ਹੋਇਆ ਮੰਦਭਾਗਾ ਸੀ, ਉਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ। ਨਿਆਇਕ ਜਾਂਚ ਉਹਨੂੰ ਹਿੰਦੀ 'ਚ ਕਹਿੰਦੇ ਆ, ਨਿਆਇਕ ਜਾਂਚ। ਕੋਈ ਵੱਡਾ ਕਮਿਸ਼ਨ ਬਣਨਾ ਚਾਹੀਦਾ, ਸੁਪਰੀਮ ਕੋਰਟ ਦੇ ਕੋਈ ਜੱਜ ਹੋਣ ਜਾਂ ਹਾਈ ਕੋਰਟ ਦੇ ਸਾਡੇ ਕੋਈ ਜੱਜ ਹੋਣ ਬੜੇ ਮਾਨਯੋਗ, ਉਹਨਾਂ ਦੀ ਅਗਵਾਈ 'ਚ ਕਮਿਸ਼ਨ ਬਣੇ। ਕਿਉਂਕਿ ਕਿਸਾਨ ਕਹਿੰਦੇ ਨੇ ਕਿ ਇਹ ਪ੍ਰਯੋਜਿਤ, ਮਤਲਬ ਸਰਕਾਰ ਕਹਿੰਦੇ ਨੇ ਕਿ ਇਹ ਹਿੰਸਾ ਨੂੰ ਕਿਸੇ ਨਾ ਕਿਸੇ ਰੂਪ 'ਚ ਤੈਅ ਕਰਾ ਦਿੱਤਾ ਗਿਆ ਸੀ ਕਿ ਇਹ ਹਿੰਸਾ ਹੋਣੀ। ਇਹ ਕਿਸਾਨਾਂ ਦਾ ਬਹੁਤ ਵੱਡਾ ਇਲਜ਼ਾਮ ਹੈ। ਜੇ ਸਰਕਾਰ ਕਿਸਾਨਾਂ ਵਾਲੇ ਪਾਸੇ ਕਹਿ ਰਹੀ ਹੈ ਕਿ ਇਹਨਾਂ ਦੀ ਮਨਸ਼ਾ ਮਾੜੀ ਸੀ, ਤੇ ਕਿਸਾਨ ਕਹਿ ਰਹੇ ਨੇ ਸਰਕਾਰੀ ਧਿਰ ਦੀ ਮਨਸ਼ਾ ਮਾੜੀ ਸੀ ਜਾਂ ਪੁਲਿਸ ਦੀ ਮਨਸ਼ਾ ਮਾੜੀ ਸੀ। ਸੋ ਸਰਕਾਰ ਵੀ ਸਾਡੇ ਮੁਲਕ ਦੀ ਹੈ, ਕਿਸਾਨ ਵੀ ਸਾਡੇ ਨੇ, ਸਰਕਾਰ ਵੀ ਸਾਡੀ ਆਪਣੀ, ਕਿਸਾਨ ਵੀ ਸਾਡੇ ਆਪਣੇ। ਸੋ ਆਪਾਂ ਤੀਜੀ ਧਿਰ ਲਿਆਓ, ਕੋਈ ਸੁਪਰੀਮ ਕੋਰਟ ਦੀ ਕਮੇਟੀ ਬਣਾ ਦਿਓ, ਜੱਜ ਬਣਾ ਦਿਓ, ਹਾਈ ਕੋਰਟ ਦੇ ਜੱਜ ਬਣਾ ਦਿਓ, ਨਿਰਪੱਖਤਾ ਦੇ ਨਾਲ ਇੱਕ ਵਾਰੀ ਇਸ ਹਿੰਸਾ ਦੀ ਜਾਂਚ ਕਰ ਲੈਣ ਵੀ ਕਿਹਦੀ ਕਿੰਨੀ ਕੁ ਜ਼ਿੰਮੇਵਾਰੀ ਸੀ। ਬਿਲਕੁਲ। ਹੈ ਜੀ। ਸੋ ਇਸ ਕਰਕੇ ਹੁਣ ਇੱਕ ਤਾਂ ਗੱਲ ਹੋ ਗਈ। ਜਿਹੜੀ ਦੂਸਰੀ ਗੱਲ ਕਹਿ ਰਹੇ ਹੋ ਪੋਲੀਟੀਕਲ ਪਾਰਟੀਆਂ ਦੀ, ਦੇਖੋ ਕਿਸਾਨਾਂ ਦੇ ਧਰਨੇ ਨੂੰ ਇੰਜ ਲੱਗ ਰਿਹਾ ਸੀ ਕਿ ਸੱਟ ਵੱਜੀ ਹੈ 26 ਜਨਵਰੀ ਤੋਂ ਬਾਅਦ, ਪਰ ਪੋਲੀਟੀਕਲ ਬੈਕਅਪ ਆ ਗਿਆ, ਪੋਲੀਟੀਕਲ ਲੋਕ ਨਾਲ ਖੜ ਗਏ। ਕਾਂਗਰਸ ਨੇ ਕਹਿਤਾ ਵੀ ਅਸੀਂ ਨਾਲ ਖੜੇ ਹਾਂ। ਓਮ ਪ੍ਰਕਾਸ਼ ਚੌਟਾਲਾ ਦਾ ਮੁੰਡਾ ਹੈ ਜੀ, ਅਭੈ ਚੌਟਾਲਾ ਅਸਤੀਫਾ ਦੇ ਗਿਆ ਵਿਧਾਨ ਸਭਾ ਤੋਂ 26 ਜਨਵਰੀ ਨੂੰ। ਉਹ ਪੱਕਾ ਰਿਹਾ ਆਪਣੀ ਜ਼ੁਬਾਨ ਦਾ, ਇੱਟ ਵਰਗਾ। ਉਹ ਕਿਸਾਨਾਂ ਦੇ ਹੱਕ 'ਚ ਖੜ ਗਈ। ਉਹਨਾਂ ਦੀ ਇੰਡੀਅਨ ਨੈਸ਼ਨਲ ਲੋਕ ਦਲ, ਐਨਕ ਵਾਲੀ ਪਾਰਟੀ, ਚਿੱਟੇ ਕੱਪੜੇ ਤੇ ਐਨਕ ਬਣੀ ਹੁੰਦੀ ਹਰੇ ਰੰਗ ਦੀ, ਖੇਤੀ ਦਾ ਨਿਸ਼ਾਨ ਹੈ ਹਰਾ ਰੰਗ ਵੀ, ਸਾਡੇ ਝੰਡੇ 'ਚ ਵੀ ਹੈ। ਬਿਲਕੁਲ। ਕੇਸਰੀ ਵੀ ਹੈ, ਚਿੱਟਾ ਵੀ ਹੈ ਤੇ ਹਰਾ ਵੀ ਹੈ। ਤਾਂ ਹੀ ਉਹਨੂੰ ਤਿਰੰਗਾ ਕਹਿੰਦੇ ਨੇ ਨਾ, ਤਿੰਨ ਰੰਗਾ। ਇਹਨਾਂ ਤਿੰਨ ਰੰਗਾਂ 'ਚ ਹੀ ਪੂਰਾ ਭਾਰਤ ਹੈ ਜਿਹੜਾ, ਉਹ ਸਾਰੇ ਰੰਗ ਆ ਗਏ ਉਹਦੇ 'ਚ। ਜੀ। ਉਹ ਵਿੱਚ ਬੜਾ ਸਤਿਕਾਰਯੋਗ ਚੱਕਰ ਵੀ ਹੈ। ਬਿਲਕੁਲ। ਸੋ ਇਹ ਸਾਰਾ ਕੁਝ ਇਹਦੇ 'ਚ ਆ ਗਿਆ। ਹੁਣ ਪੋਲੀਟੀਕਲ ਪਾਰਟੀਆਂ, ਕਿਉਂਕਿ ਪਾਰਲੀਮੈਂਟ 'ਚ ਗੱਲ ਤੁਰ ਗਈ, ਕਿਸਾਨਾਂ ਨੂੰ ਤਾਂ ਤੁਸੀਂ ਦੇਖੋ ਨਾ ਆਲੇ ਦੁਆਲੇ ਪੱਥਰ ਦੀਆਂ ਕੰਧਾਂ ਬਣਾਉਣ ਲੱਗ ਗਏ, ਕੰਕਰੀਟ ਦੀਆਂ। ਜੀ। ਕਿੱਲਾਂ ਵਿਛਾਉਣ ਲੱਗ ਗਏ ਉੱਥੇ। ਕਿੱਲਾਂ ਝੱਲੀਆਂ ਬਹੁਤ ਪੰਜਾਬੀਆਂ ਨੇ ਪਹਿਲਾਂ, ਸਾਰੀ ਟਰਾਂਸਪੋਰਟ ਪੰਜਾਬੀਆਂ ਨੇ ਸ਼ੁਰੂ ਕੀਤੀ। ਟਰੱਕ ਦੇ ਟਾਇਰ 'ਚ ਵੀ ਕਿੱਲ ਹੀ ਨੁਕਸਾਨ ਪਹੁੰਚਾਉਂਦੀ, ਪਰ ਕੱਢ ਦੇਈ ਦੀ ਕਿੱਲ ਉੱਥੋਂ। ਕਈ ਵਾਰੀ ਅਸੀਂ ਹੈਡਿੰਗ ਵੀ ਲਾਉਂਦੇ ਆ ਕਿ ਫਲਾਣੇ ਲੀਡਰ ਨੇ ਕੜਿੱਲਾਂ ਕੱਢਤੀਆਂ। ਜੀ। ਕਿੱਲਾਂ ਕੀ, ਕੜਿੱਲਾਂ ਵੀ ਕੱਢ ਦਿੰਦੇ ਨੇ ਪੰਜਾਬੀ ਤਾਂ। ਜੀ। ਪਰ ਮਸਲਾ ਇੱਥੇ ਇਹ ਹੈ ਕਿ ਸਾਡਾ ਹੀ ਆਪਣਾ ਹੀ ਮੁਲਕ ਹੈ ਸਾਰਾ ਕੁਝ। ਡੈਮੋਕ੍ਰੇਸੀ 'ਚ ਸਿਹਤਮੰਦ ਪਾਰਲੀਮੈਂਟ 'ਚ ਉਚਾਰਨ ਹੋਣਾ ਚਾਹੀਦਾ, ਸ਼ਬਦਾਂ ਦਾ ਵੀ ਤੇ ਵਿਚਾਰਾਂ ਦਾ ਵੀ। ਆਦਾਨ ਪ੍ਰਦਾਨ ਹੋਣਾ ਚਾਹੀਦਾ ਖੇਤੀ ਕਾਨੂੰਨਾਂ ਤੇ, ਫੋਟੋ ਕਾਪੀਆਂ ਵੰਡ ਕੇ ਸਾਰਿਆਂ ਨੂੰ ਨਵੇਂ ਸਿਰੇ ਤੋਂ ਪੁਆਇੰਟ ਟੂ ਪੁਆਇੰਟ ਡਿਸਕਸ਼ਨ। ਪਰ ਜਿਹੜੀ ਗੱਲ ਤੁਸੀਂ ਬਾਰ-ਬਾਰ ਉਹਦੇ ਤੇ ਮੈਂ ਫੇਰ ਹੋਣਾ, ਪੋਲੀਟੀਕਲ ਬੈਕਅਪ। ਓਮ ਪ੍ਰਕਾਸ਼ ਅਭੈ ਚੌਟਾਲਾ ਪਹੁੰਚ ਗਏ ਸਟੇਜ ਤੇ, ਸਿਆਸੀ ਸਟੇਜ ਤੇ ਸਿੰਘੂ ਬਾਰਡਰ ਦੀ, ਔਰ ਕਿਸਾਨਾਂ ਨੂੰ ਬੈਕਅਪ ਕੀਤਾ। ਔਰ ਆਉਂਦੇ ਦਿਨਾਂ 'ਚ ਹੋਰ ਲੀਡਰਾਂ ਨੂੰ ਵੀ ਅਸਤੀਫੇ ਦੇਣੇ ਚਾਹੀਦੇ ਨੇ। ਮੈਂ ਤਾਂ ਪਹਿਲਾਂ ਕਹਿੰਦਾ ਸੀ ਜੇ ਪਾਰਲੀਮੈਂਟ 'ਚ ਹੁਣ ਜਿੰਨੇ ਸਾਡੇ ਐਮਪੀ ਨੇ, ਅਗਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੀ, ਤਾਂ ਪੰਜਾਬ ਵਾਲਿਆਂ ਨੂੰ ਪਾਰਲੀਮੈਂਟ ਤੋਂ ਆਪਾਂ ਕੀ ਲੈਣਾ ਫਿਰ? ਪਾਰਲੀਮੈਂਟ ਦੀ ਸੀਟ ਹੀ ਹੈ ਨਾ। ਰੋਟੀ ਤਾਂ ਵੈਸੇ ਵੀ ਹੁਣ ਸਸਤੀ ਬੰਦ ਹੋ ਗਈ ਉੱਥੇ ਜੀ, ਪਹਿਲਾਂ ਜ਼ਿਆਦਾ ਸਸਤੀ ਸੀ, ਹੁਣ ਥੋੜੀ ਜਿਹੀ ਮਹਿੰਗੀ ਹੋ ਗਈ। ਅਸਤੀਫੇ ਦੇ ਆਓ। ਅਗਰ ਪਾਰਲੀਮੈਂਟ 'ਚ ਗੱਲ ਨਹੀਂ ਸੁਣੀ ਜਾਂਦੀ ਮੈਂਬਰ ਪਾਰਲੀਮੈਂਟਾਂ ਦੀ, ਅਸਤੀਫੇ ਦੇ ਜਾਓ ਤਾਂ ਕਿ ਸੀਟਾਂ 12, 11, 13 ਸੀਟਾਂ ਪੰਜਾਬ ਦੀਆਂ ਖਾਲੀ ਹੋਣ। 2 ਨੇ ਤਾਂ ਚਲੋ ਦੇਣਾ ਨਹੀਂ, ਨਾ ਸਨੀ ਦਿਓਲ ਦੇਵੇ ਨਾ ਸੋਮ ਪ੍ਰਕਾਸ਼ ਜੀ ਦੇਣ, ਬਾਕੀ 11 ਦੇ ਦਿਓ ਜੀ। ਹਰਿਆਣੇ ਵਾਲੇ ਵੀ ਦੇ ਦਿਓ ਅਸਤੀਫੇ, ਜਿਹੜੇ ਕਾਂਗਰਸ ਦੇ ਨੇ ਜਾਂ ਹੋਰ ਨੇ। ਅਗਰ 14-15 ਸੀਟਾਂ ਦੇ ਪੱਛਮੀ ਬੰਗਾਲ 'ਚ ਵੀ ਅਸਤੀਫੇ ਦਿਓ, ਮੁਲਕ 'ਚ ਕਈ ਪਾਸੇ ਦਿਓ। ਮੈਂਬਰ ਪਾਰਲੀਮੈਂਟ ਅਗਰ ਅਸਤੀਫੇ ਦੇ ਦੇਣਗੇ ਮੁਲਕ 'ਚ, ਤੇ ਆਪ ਹੀ ਇੱਕ ਬਣ ਜੂ ਗੱਲ। ਮੋਦੀ ਸਾਹਿਬ ਦੇ ਗਠਬੰਧਨ ਤੋਂ ਬਿਨਾਂ ਜਿੰਨੇ ਐਮਪੀ ਨੇ ਗਗਨ, ਅਗਰ ਇੰਨੇ ਹਿਤੈਸ਼ੀ ਨੇ ਕਿਸਾਨਾਂ ਦੇ ਸਾਰੇ ਪੋਲੀਟੀਕਲ ਲੀਡਰ, ਸਾਰੀ ਓਪੋਜੀਸ਼ਨ ਮੁਲਕ ਦੀ ਅਸਤੀਫਾ ਦੇ ਦੇ ਜੀ, 6 ਮਹੀਨਿਆਂ 'ਚ ਵੋਟਾਂ ਕਰਾਉਣੀਆਂ ਪੈਣਗੀਆਂ।
ਸਾਰੀਆਂ ਸੀਟਾਂ ਦੁਬਾਰਾ ਜਿੱਤਿਆ ਹੀ ਤੁਸੀਂ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦੀ ਰਾਏ ਤੁਹਾਡੇ ਨਾਲ ਸੀ। ਜੀ ਅਗਰ ਬੀਜੇਪੀ ਜਿੱਤ ਗਈ, ਇਹਦਾ ਮਤਲਬ ਹੈ ਕਿ ਅਸੀਂ ਘਰਾਂ ਨੂੰ ਚੱਲੀਏ ਟੈਂਟ ਪੱਟ ਕੇ। ਬਿਲਕੁਲ। ਡੈਮੋਕ੍ਰੇਸੀ ਦੇ ਵਿੱਚ ਚੁਣੀ ਹੋਈ ਸਰਕਾਰ ਨੂੰ ਸਤਿਕਾਰ ਦੇਣਾ ਬਣਦਾ ਸੀ। ਜੀ ਕਿਤੇ ਨਾ ਕਿਤੇ ਸਰਕਾਰ ਥੋੜਾ ਜਿਹਾ ਭੁਲੇਖੇ 'ਚ ਹੈ ਕਿ ਕਾਨੂੰਨਾਂ ਦੇ ਫਾਇਦੇ ਬਹੁਤ ਜ਼ਿਆਦਾ ਨੇ ਤੇ ਨੁਕਸਾਨ ਹੈ ਨਹੀਂ। ਇਹ ਪਾਰਲੀਮੈਂਟ 'ਚ ਸਰਕਾਰ ਗੱਲ ਕਰ ਲਈ। ਬਿਲਕੁਲ। ਕਣਕ ਵੀ ਦੇਖੋ, ਕਣਕ ਦੀ ਢੇਰੀ 'ਚੋਂ ਮੁੱਠੀ ਚੱਕ ਕੇ ਮੰਡੀ ਅਫਸਰ ਤੈਅ ਕਰ ਦਿੰਦਾ ਰੇਟ ਕੀ ਹੈ ਕਣਕ ਦਾ। ਜੀ ਸੋ ਕਿਸਾਨਾਂ ਨੇ ਤਾਂ ਕਾਨੂੰਨ ਦੇਖ ਕੇ ਦੱਸਤਾ ਵੀ ਇਹ 'ਚ ਹੈ ਕੀ ਹੈ। ਜਿਵੇਂ ਮੰਡੀ ਅਫਸਰ ਝੋਨੇ ਦੀ ਮੁੱਠੀ 'ਚੋਂ ਦੱਸ ਦਿੰਦਾ ਵੀ ਇਹਦਾ ਕੀ ਮੁੱਲ ਲਾਉਣਾ ਹੈ, ਮੁੜ ਕੇ ਮੀਟਰ ਲਾ ਕੇ ਟੈਸਟ ਕਰ ਲੈਂਦੇ ਉਹ 'ਚ ਨਮੀ ਕਿੰਨੀ ਹੈ। ਜੀ ਆਮ ਤੌਰ ਤੇ ਜਿਹੜੀ ਫਸਲਾਂ ਦੀ ਖਰੀਦੋ ਫਰੋਖਤ ਐਂ ਹੀ ਹੁੰਦੀ ਹੈ। ਆ ਸਾਡੀਆਂ ਬਜ਼ੁਰਗ ਬੀਬੀਆਂ ਮਾਤਾਵਾਂ ਭੈਣਾਂ ਹੈ ਜੀ, ਆ ਦੁਕਾਨ ਤੇ ਜਾਂਦੀਆਂ ਨੇ ਕੱਪੜੇ ਵਾਲੀ, ਹੱਥ 'ਚ ਫੜ ਕੇ ਕੱਪੜਾ ਦੱਸ ਦਿੰਦੀ ਹੈ ਕਿਦਾਂ ਦਾ ਜੀ ਵੀ ਲੈਣਾ ਜਾਂ ਨਹੀਂ ਲੈਣਾ ਹੈ ਜੀ। ਸਿਆਣੇ ਸਾਡੇ ਲੋਕ ਬੁੱਧੀਜੀਵੀ ਅਖਬਾਰ ਚੱਕ ਕੇ ਦੱਸ ਦਿੰਦੇ ਵੀ ਇਹ 'ਚ ਪੜ੍ਹਨ ਵਾਲਾ ਕਿ ਨਹੀਂ। ਬਿਲਕੁਲ। ਸੋ ਇਹ ਪਾਰਖੂ ਨਜ਼ਰ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਪੋਲੀਟੀਕਲ ਪਾਰਟੀਆਂ ਦਾ ਬੈਕਅਪ ਆ ਗਿਆ। ਦੇਖੋ ਸੰਜੇ ਰਾਊਤ ਆ ਕੇ ਗਿਆ, ਸੁਖਬੀਰ ਬਾਦਲ ਵੀ ਗਿਆ ਉੱਥੇ, ਟਕੈਤ ਸਾਹਿਬ ਕੋਲ ਕਹੀ ਬਣਾਈ ਜਾਂਦੇ ਸੋਨੇ ਦੀ। ਚਲੋ ਚੰਗੀ ਗੱਲ ਹੈ, ਸੋਨੇ ਦੀ ਕਹੀ ਬਣਾ ਕੇ ਟਕੈਤ ਸਾਹਿਬ ਨੂੰ ਦਿਆਓ। ਉਹ ਕਿਹੜਾ ਉਹਨਾਂ ਨੇ ਕੋਲੇ ਰੱਖਣੀ ਹੈ, ਸੋਨੇ ਦੀ ਕਹੀ ਨਾਲ ਕਿਹੜਾ ਉਹਨਾਂ ਨੇ ਖੇਤ 'ਚ ਝੋਨਾ ਬੀਜਣਾ ਜੀ। ਸੋਨੇ ਦੀ ਕਹੀ ਤਾਂ ਜਿਹੜੀ ਉਹਨਾਂ ਨੇ ਕਿਸਾਨਾਂ ਦੇ ਸਮਰਪਿਤ ਕਰ ਦੇਣੀ। ਕਿਸਾਨੀ ਅੰਦੋਲਨ ਨਾਲ ਜੁੜੇ ਸੰਗਠਨ ਦਾ ਕਿਸੇ ਦਾ ਖਾਤਾ ਖੁੱਲ ਜੂ ਜੀ, ਲੋਕਰ ਵੱਡਾ ਕਰਾਉਣਾ ਪੈਣਾ ਬੈਂਕ ਵਾਲਿਆਂ ਨੂੰ ਸੋਨੇ ਦੀ ਕਹੀ ਰੱਖਣ। ਜੀ ਅਸੈਂਬਲਡ ਬਣਾਉਣਗੇ ਬਿਲਕੁਲ ਵੀ ਡੰਡਾ ਅਲੱਗ ਨਿਕਲ ਜੇ ਕਹੀ ਦਾ, ਜੀ, ਤੇ ਬਾਕੀ ਜਿਹੜਾ ਹੇਠਲਾ ਜਗਾੜ ਹੈ ਉਹ ਵੱਖਰਾ ਹੋ ਜੇ। ਲੋਕਰ ਪਰ ਵੱਡਾ ਕਰਨਾ ਪੈਣਾ। ਐਡਾ ਵੱਡਾ ਲੋਕਰ ਹੁੰਦਾ ਨਹੀਂ ਕਿ ਕਹੀ ਦਾ ਮੁੱਠਾ ਉਹ ਚਾ ਦੇ ਜੀ, ਸੋਨੇ ਵਾਲੀ ਕਹੀ। ਇਹ ਵੀ ਉਹ ਬੈਂਕ ਵੀ ਮਸ਼ਹੂਰ ਹੋ ਜਾਣਾ ਜਿਹ 'ਚ ਸੋਨੇ ਦੀ ਕਹੀ ਰੱਖੀ ਜਾਣੀ ਲੋਕਰ 'ਚ। ਜੀ। ਸੋ ਚਲੋ, ਪਰ ਇਹ ਗੱਲਾਂ ਤਾਂ ਰਹਿ ਗਈਆਂ ਜਿਹੜੀਆਂ ਨੇ ਵਿਅੰਗਮਈ, ਪਰ ਹਕੀਕਤ ਇਹ ਹੈ ਕਿ ਸੋਨੇ ਦੀ ਕਹੀ ਜਾਂ ਇਹ ਸਾਰੀਆਂ ਭਾਵਨਾਵਾਂ ਨੇ ਜਿਹੜੀਆਂ ਇਹ ਤਾਕਤ ਦਿੰਦੀਆਂ ਨੇ ਅੰਦੋਲਨ ਨੂੰ। ਇਹ ਉਸ ਸਮਰਪਣ ਦਾ ਅਹਿਸਾਸ ਕਰਾਉਂਦੀਆਂ ਨੇ ਕਿ ਅਸੀਂ ਸਾਰੇ ਕਿੰਨੇ ਇਕੱਠੇ ਹਾਂ ਮੁਲਕ 'ਚ। ਬਿਲਕੁਲ। ਮੁਲਕ 'ਚ ਸਮੱਸਿਆ ਵੇਲੇ ਅਗਰ ਸਰਕਾਰ ਨਾਲ ਕੋਈ ਨਾਰਾਜ਼ਗੀ ਹੈ ਤੇ ਸਾਰੇ ਕਿਵੇਂ ਸੰਗਠਿਤ ਨੇ ਤੇ ਇਕੱਠੇ ਨੇ। ਔਰ ਪੋਲੀਟੀਕਲ ਪਾਰਟੀਆਂ ਹੁਣ ਬੈਕਅਪ ਚਾਹੀਆਂ ਨੇ, ਚੰਗੀ ਗੱਲ ਹੈ। ਪੋਲੀਟੀਕਲ ਪਾਰਟੀਆਂ ਦੀ ਵੀ ਜ਼ਿੰਮੇਵਾਰੀ ਹੈ, ਉਹ ਅਗਰ ਐਮਐਲਏਸ਼ਿਪ ਤੋਂ ਐਮਪੀਸ਼ਿਪ ਤੋਂ ਅਸਤੀਫਾ ਦਿੰਦੇ ਨੇ ਤਾਂ ਵੀ ਚੰਗੀ ਗੱਲ ਹੈ, ਨਹੀਂ ਤਾਂ ਉਹ ਪਾਰਲੀਮੈਂਟ 'ਚ ਅਗਰ ਗੱਲ ਨਹੀਂ ਸੁਣੀ ਜਾਂਦੀ ਤਾਂ ਅਸਤੀਫਾ ਦੇ ਕੇ ਆ ਜਾਣ। ਜੀ ਹੈ ਜੀ, ਬਿਲਕੁਲ। ਸੋ ਜਿਸ ਤਰ੍ਹਾਂ ਲਗਾਤਾਰ ਸਿਆਸੀ ਰੌਲਾ ਇੱਕ ਪਾਸੇ ਦਿੱਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਤੇ ਉਸੇ ਤਰ੍ਹਾਂ ਦਾ ਕੁਝ ਨਾ ਕੁਝ ਪੰਜਾਬ ਦੇ ਵਿੱਚ ਵੀ ਹੈ, ਕਿਉਂਕਿ ਪੰਜਾਬ ਦੇ ਵਿੱਚ 14 ਫਰਵਰੀ ਨੂੰ ਨਗਰ ਨਿਗਮ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਨੇ। ਉਸ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ, ਜਿਸ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਸੁਖਬੀਰ ਬਾਦਲ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ। ਹਾਲਾਂਕਿ ਉਸ ਤੋਂ ਬਾਅਦ ਸੁਖਬੀਰ ਬਾਦਲ ਹੋਣਾ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਪਰਚਾ ਦਰਜ ਹੋ ਗਿਆ। ਡੱਲਾ ਜੀ, ਬੜੇ ਜਲਦੀ ਦੇ ਵਿੱਚ ਜਿਹੜਾ ਇਹ ਕਾਰਵਾਈ ਹੋਈ ਹੈ ਕਿ ਇੱਕ ਵਿਧਾਇਕ ਦੇ ਉੱਤੇ ਪਰਚਾ ਦਰਜ ਹੋਣਾ, ਉਹਦੇ ਸਪੁੱਤਰ ਦੇ ਉੱਤੇ ਪਰਚਾ ਦਰਜ ਹੋਣਾ, ਇਸ ਖਬਰ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਇੱਕ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਹੀ ਧਰਨਾ ਲਾ ਦਿੱਤਾ ਗਿਆ ਸੀ ਕੱਲ ਸ਼ਾਮ ਨੂੰ? ਦੇਖੋ, ਮੈਂ ਇਹ ਦੇਖਦਾ ਕਿ ਇਹ ਤਾਂ ਚਲੋ ਪੁਲਿਸ ਦਾ ਕੰਮ ਸੀ, ਪੁਲਿਸ ਨੇ ਪਰਚਾ ਦਰਜ ਕਰਤਾ ਔਰ ਜਿਹੜੀਆਂ ਵੀ ਧਾਰਾਵਾਂ ਲਾਈਆਂ ਉਹਨਾਂ ਦੀ ਜਾਂਚ ਹੋਊਗੀ, ਪਰ ਹਿੰਸਾ ਹੋਣੀ ਨਹੀਂ ਚਾਹੀਦੀ ਕਦੇ ਜੀ। ਸੁਖਬੀਰ ਦੇ ਰਾਜ 'ਚ ਵੀ ਹਿੰਸਾ ਹੁੰਦੀ ਸੀ। ਦੇਖੋ, ਪ੍ਰਕਾਸ਼ ਸਿੰਘ ਬਾਦਲ ਉਹ ਬੜੇ ਹਰਮਨ ਪਿਆਰੇ ਮੁੱਖ ਮੰਤਰੀ ਮੰਨੇ ਜਾਂਦੇ ਸੀ, 5 ਵਾਰ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਰਾਜ 'ਚ ਵੀ ਹਿੰਸਾ ਹੁੰਦੀ ਰਹੀ ਹੈ, ਸੁਖਬੀਰ ਦੇ ਰਾਜ 'ਚ ਵੀ ਹਿੰਸਾ ਹੋਈ ਹੈ, ਕੈਪਟਨ ਦੇ ਰਾਜ 'ਚ ਵੀ ਹਿੰਸਾ ਹੋ ਰਹੀ ਹੈ। ਸੋ ਜਦੋਂ ਸੁਖਬੀਰ ਦਾ ਰਾਜ ਸੀ ਉਦੋਂ ਕੈਪਟਨ ਹੋਣੀ ਕਹਿੰਦੇ ਸੀ ਵੀ ਸੁਖਬੀਰ ਬਾਦਲ ਇਹਦੇ ਪਿੱਛੇ ਹੈ ਜੀ, ਪਰਚੇ ਦਿਓ। ਤੇ ਜਦੋਂ ਹੁਣ ਕੈਪਟਨ ਦਾ ਰਾਜ ਹੈ ਤੇ ਸੁਖਬੀਰ ਹੋਣੀ ਕਹਿੰਦੇ ਆ ਵੀ ਕੈਪਟਨ ਦੇ ਲੋਕ ਇਹਦੇ ਪਿੱਛੇ ਨੇ। ਪਰਚੇ ਪਹਿਲਾਂ ਵੀ ਦਰਜ ਹੁੰਦੇ ਸੀ। ਇਹ ਪਰਚੇ ਤਾਂ ਚਲੋ ਸਿਆਸੀ ਲੋਕ ਨੇ ਜਿਹੜੇ ਇਹ ਅਜਿਹੇ ਚੋਣ ਹਿੰਸਾ ਦੇ ਬੜੇ ਹੁੰਦੇ ਨੇ ਜੀ। ਆ ਵਿਧਾਨ ਸਭਾ ਚੋਣਾਂ 'ਚ ਵੀ ਚੋਣ ਹਿੰਸਾ ਹੋਈ, ਲੋਕ ਸਭਾ 'ਚ ਵੀ ਹੋਈ ਜੀ। ਸੋ ਚੋਣ ਹਿੰਸਾ ਨਹੀਂ ਹੋਣੀ ਚਾਹੀਦੀ, ਚੋਣਾਂ 'ਚ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ ਚਾਹੀਦੀ। ਬਿਲਕੁਲ। ਸੋ ਇਹ ਖਾਸ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਸੀ। ਸੋ ਅੱਜ ਇੱਕ ਵਾਰ ਫਿਰ ਪਾਰਲੀਮੈਂਟ ਦਾ ਸੈਸ਼ਨ ਆਰੰਭ ਹੋਣਾ, ਉਸ ਦੇ ਵਿੱਚ ਫਿਰ ਵਿਰੋਧੀ ਧਿਰਾਂ ਪਹੁੰਚਣੀਆਂ ਨੇ, ਵਿਰੋਧੀ ਧਿਰਾਂ ਦੇ ਵੱਲੋਂ ਗੱਲਬਾਤ ਇਸ ਦੇ ਵਿੱਚ ਹੋਣੀ ਹੈ। ਤੇ ਜਾਂਦੇ ਜਾਂਦੇ ਤਸਵੀਰਾਂ ਤੁਹਾਨੂੰ ਉਹ ਵੀ ਵਿਖਾ ਕੇ ਜਾਵਾਂਗੇ ਜਿਸ ਬਾਰਡਰਾਂ ਨੂੰ ਬੰਦ ਕੀਤਾ ਗਿਆ ਹੈ, ਜਿਸ ਤਰ੍ਹਾਂ ਉੱਥੇ ਕੰਕਰੀਟ ਦੇ ਕੰਧਾਂ ਬਣਾ ਦਿੱਤੀਆਂ ਗਈਆਂ ਨੇ ਜਾਂ ਕਿੱਲਾਂ ਦਾ ਇੰਤਜ਼ਾਮ ਕੀਤਾ ਗਿਆ, ਧਰਤੀ ਦੇ ਵਿੱਚ ਫਿੱਟ ਕੀਤੀਆਂ ਗਈਆਂ ਨੇ। ਉਸੇ ਬਾਰਡਰਾਂ ਦੇ ਉੱਤੇ ਬੈਠ ਕੇ ਰਾਕੇਸ਼ ਟਕੈਤ ਦੇ ਵੱਲੋਂ ਰੋਟੀ ਖਾਧੀ ਗਈ ਹੈ, ਲੰਗਰ ਛਕਿਆ ਗਿਆ। ਉੱਥੇ ਬੈਠ ਕੇ ਰਾਕੇਸ਼ ਟਕੈਤ ਦਾ ਕਹਿਣਾ ਹੈ ਕਿ ਇਹ ਸਾਨੂੰ ਕਿਸੇ ਵੀ ਤਰ੍ਹਾਂ ਦੇ ਨਾਲ
ਪਿੱਛੇ ਨਹੀਂ ਕਰ ਸਕਦੇ, ਇਸ ਦੇ ਨਾਲ ਸੰਘਰਸ਼ ਹੋਰ ਮਜ਼ਬੂਤ ਹੋ ਰਿਹਾ। ਉਹ ਤਸਵੀਰਾਂ ਜ਼ਰੂਰ ਤੁਹਾਨੂੰ ਬਿਲਕੁਲ। ਵਿਖਾਵਾਂਗੇ। ਗੱਲ ਵੀ ਜਿਹੜੇ ਵੱਡੇ ਵੱਡੇ ਪੋਲੀਟੀਕਲ ਰਿਐਕਸ਼ਨ ਨੇ ਜੀ, ਉਹ ਵੀ ਸਾਰੇ ਜੁੜੇ ਹੋਏ। ਮਜੀਠੀਆ ਉਹਨਾਂ ਦੀ ਗੱਲ ਵੀ ਸੁਣਾ ਦਿਓ, ਜਿਵੇਂ ਨਾਰਾਜ਼ਗੀ ਪ੍ਰਗਟ ਕੀਤੀ ਹੈ ਵਿਕਰਮ ਮਜੀਠੀਆ ਨੇ। ਜੀ ਸੋ ਉਹਨਾਂ ਦੀ ਸਰਕਾਰ ਦੇ ਉਹਨਾਂ ਦੀ ਸਰਕਾਰ ਸਮੇਂ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ ਸੀ। ਜੀ ਕੋਈ ਵੀ ਪੋਲੀਟੀਕਲ ਪਾਰਟੀ ਹੈ, ਚੋਣ ਹਿੰਸਾ ਨਹੀਂ ਹੋਣੀ ਚਾਹੀਦੀ। ਸੋ ਡੈਮੋਕ੍ਰੇਸੀ 'ਚ ਇਹ ਨਹੀਂ ਕਿ ਜਦੋਂ ਤੁਸੀਂ ਵਿਰੋਧੀ ਧਿਰ 'ਚੋਂ ਉਦੋਂ ਤੁਸੀਂ ਇਹ ਕਹੋ ਵੀ ਸਾਡੇ ਤੇ ਤਸ਼ੱਦਦ ਹੋ ਰਿਹਾ, ਤੇ ਜਦੋਂ ਤੁਸੀਂ ਸੱਤਾ ਧਿਰ 'ਚ ਹੋਵੋ ਤੇ ਉਦੋਂ ਵੀ ਉਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹੋਣ। ਜੀ ਸੋ ਇਹ ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਹੈ ਕਿ ਅਸੀਂ ਚੋਣ ਹਿੰਸਾ ਦੇ ਵਿਰੋਧ ਹਾਂ, ਕਿਸੇ ਤਰ੍ਹਾਂ ਦੀ ਅਸੀਂ ਚੋਣ ਹਿੰਸਾ ਨਹੀਂ ਕਰਨੀ। ਜੀ ਸੋ ਹੁਣ ਤੁਹਾਨੂੰ ਖਾਸ ਬਿਆਨ ਸੁਣਾ ਦਈਏ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲੈਣੇ ਆ। ਅੱਜ ਇੱਕ ਮਰਡਰਸ ਅਟੈਕ, ਇੱਕ ਉਹਨਾਂ ਤੇ ਜਾਨਲੇਵਾ ਹਮਲਾ ਜੇ ਸਾਬਕਾ ਡਿਪਟੀ ਚੀਫ ਮਿਨਿਸਟਰ ਤੇ ਹੋ ਸਕਦਾ ਹੈ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਮੁੱਖ ਸੇਵਾਦਾਰ ਨੇ, Z+ ਪ੍ਰੋਟੈਕਟੀ ਨੇ, ਕਾਗਜ਼ ਦਾਖਲ ਕਰਾਉਣ SDM ਦੇ ਦਫ਼ਤਰ ਗਏ ਆ, ਤੇ ਜੇ ਉਹਨਾਂ ਤੇ ਅਟੈਕ ਹੋ ਸਕਦਾ ਤੇ ਤੁਸੀਂ ਸਮਝਦੇ ਹੋ ਕਿਸੇ ਆਮ ਇਨਸਾਨ ਦੀ ਜਾਨ ਮਾਲ ਦੀ ਰੱਖਿਆ ਕਿਵੇਂ ਕਰੂ ਸਰਕਾਰ? ਉਹਨਾਂ ਦੇ ਕੀ ਹਾਲਾਤ ਹੋਣੇ? ਔਰ ਹਰ ਜਗ੍ਹਾ, ਕਿਉਂਕਿ ਕਾਗਜ਼ ਦਾਖਲ ਕਰਾਉਣ ਦਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ, ਕੱਲ ਵੀ ਜੋ ਮੇਰੇ ਕੋਲ ਖਬਰ ਆਈ ਹੈ, ਕੱਲ ਵੀ ਜਲਾਲਾਬਾਦ 'ਚ ਇਹੀ ਗੁੰਡਾਗਰਦੀ ਕਾਂਗਰਸੀਆਂ ਨੇ ਕੀਤੀ ਹੈ। ਮੈਂ ਉਹੀ ਕਹਿ ਰਿਹਾ, ਇਹਦਾ ਸਪਸ਼ਟ ਮਤਲਬ ਕੀ ਹੈ ਕਿ ਕਾਂਗਰਸ ਚੋਣਾਂ ਤੋਂ ਭੱਜ ਰਹੀ ਹੈ। ਕਾਂਗਰਸ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ 4 ਸਾਲ ਅਸੀਂ ਕੁਝ ਨਹੀਂ ਕੀਤਾ, ਹੁਣ ਵੋਟਾਂ ਕੰਮਾਂ ਦੇ ਆਧਾਰ ਤੇ ਤਾਂ ਪੈਣੀਆਂ ਨਹੀਂ। ਲੋਕਾਂ ਨੂੰ ਡਰਾ ਧਮਕਾ ਕੇ, ਡੈਮੋਕ੍ਰੇਸੀ ਦਾ ਮਰਡਰ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਆ ਲੋਕਲ ਬਾਡੀ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਜਿੱਤ ਜਾਣ। ਕਿਤੇ ਅਸੀਂ ਸਾਰੇ ਇੱਕ ਹੋ ਜਾਈਏ ਤੇ ਕੇਂਦਰ ਦੇ ਉੱਤੇ ਬਹੁਤ ਵੱਡਾ ਦਬਾਅ ਹੋਏਗਾ। ਆਲ ਓਵਰ ਦਾ ਵਰਲਡ ਪੰਜਾਬੀ ਕਮਿਊਨਿਟੀ, ਭਾਰਤੀ ਲੋਕ ਇਸ ਗੱਲ ਦੀ ਤਾਰੀਫ ਕਰਨਗੇ। ਸੋ ਮੈਂ ਉਮੀਦ ਕਰਦਾ ਕਿ ਮੇਰੀ ਸਾਰੇ ਲੀਡਰਸ ਨਾਲ ਟੈਲੀਫੋਨ ਤੇ ਗੱਲ ਹੋਈ ਆ, ਉਹ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕਰਦੇ ਆ। ਅਸੀਂ ਇੱਕ ਹੋ ਜਾਈਏ, ਜਦ ਤੱਕ ਕਾਲਾ ਕਾਨੂੰਨ ਰੱਦ ਨਹੀਂ ਹੁੰਦਾ, ਸਾਡਾ ਫੋਕਸ ਹੋਵੇ, ਕੇਂਦਰ ਸਰਕਾਰ ਸਾਡਾ ਫੋਕਸ ਹੋਵੇ ਕਿ ਅਸੀਂ ਕਾਲਾ ਕਾਨੂੰਨ ਰੱਦ ਕਿੱਦਾਂ ਕਰਾਉਣਾ। ਦੇਖੋ ਕੈਪਟਨ ਸਾਹਿਬ ਨੇ ਮੀਟਿੰਗ ਬੁਲਾਈ ਹੈ, ਪਿਛਲੀਆਂ ਮੀਟਿੰਗਾਂ ਜਿਹੜੀਆਂ ਹੋਈਆਂ ਸੀ ਆਲ ਪਾਰਟੀ, ਉਹਦੇ ਜਿਹੜੇ ਵਾਅਦੇ ਸੀ ਉਹ ਤਾਂ ਪੂਰੇ ਕੀਤੇ ਨਹੀਂ, ਪਰ ਆਲ ਪਾਰਟੀ ਮੀਟਿੰਗ 'ਚ ਇਹਨਾਂ ਨੂੰ ਦੱਸਾਂਗੇ ਕਿ ਤੁਸੀਂ ਪੰਜਾਬ ਦੇ ਮੁੱਖ ਕਮੀਆਂ ਮੰਤਰੀ ਹੋ। ਦੱਸੋਗੇ ਹਾਂ, ਕਿ ਦਿੱਲੀ ਦੇ ਵਿੱਚ ਸਾਰਾ ਪੰਜਾਬ ਬੈਠਾ, ਤੁਸੀਂ ਇੱਥੇ ਕੀ ਕਰਦੇ ਹੋ? ਜਾ ਕੇ ਉੱਥੇ security ਤੇ- ਜੋ ਕੱਲ ਸਾਡੀ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਆ, ਉਹ ਪੂਰੀ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਔਰ ਦੱਸਿਆ ਜਾਏਗਾ ਕਿ ਕਿਹੜੇ ਇਸ਼ੂ ਉੱਤੇ ਅਸੀਂ ਟੇਕ ਅਪ ਕੀਤੇ ਔਰ ਕਿਹੜੇ ਅੱਜ ਜਿਹੜੇ ਹੋਣਗੇ ਉਹ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਧਿਆਨ 'ਚ ਲਿਆਵਾਂਗੇ। ਅੱਜ ਦੀ ਜਿਹੜੀ ਮੀਟਿੰਗ ਬੜੀ ਇੰਪੋਰਟੈਂਟ ਮੀਟਿੰਗ ਹੈ ਔਰ ਪੂਰੀ ਕਿਸਾਨੀ ਦੇ ਨਾਲ ਜੁੜੀ ਹੈ। ਉੱਥੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੀ ਜੋ ਘੇਰਾਬੰਦੀ ਜਿਸ ਤਰੀਕੇ ਦੇ ਨਾਲ ਹੋ ਰਹੀ ਆ, ਜਿਵੇਂ ਪਾਣੀ ਦੀ ਜਾਂ ਹੋਰ ਕੋਈ ਜਾਂ ਕਿੱਲਾਂ ਵਗੈਰਾ ਲਾ ਰਹੇ ਨੇ, ਉਹ ਪੂਰੀ ਅੱਜ ਗੱਲ ਕਰਕੇ ਚੀਫ ਮਿਨਿਸਟਰ ਸਾਹਿਬ ਪੂਰੇ ਉਹਦੇ ਵਿੱਚ ਇੰਟਾਜ ਨੇ ਹਰ ਚੀਜ਼ ਦੇ ਨਾਲ ਔਰ ਹੋਮ ਮਿਨਿਸਟਰ ਦੇ ਨਾਲ ਟਾਈਮ ਟੂ ਟਾਈਮ ਗੱਲਬਾਤ ਵੀ ਕਰ ਰਹੇ ਨੇ। ਕਿ ਮੈਂ ਸਮਝਦਾ ਕਿ ਇਹ ਜਿਹੜੀ ਆਲ ਪਾਰਟੀ ਮੀਟਿੰਗ ਆ, ਇਹ 26 ਦੇ ਜਿਹੜੇ ਇਨਸੀਡੈਂਟ ਸੀਗੇ ਉਹ ਤੋਂ ਤੁਰੰਤ ਬਾਅਦ ਇਮੀਡੀਏਟਲੀ ਕਾਲ ਕਰਨੀ ਚਾਹੀਦੀ ਸੀਗੀ, ਪਰ ਦੇਰ ਆਏ ਦੁਰਸਤ ਆਏ। ਹੁਣ ਵੀ ਜਿਹੜੀ ਮੀਟਿੰਗ ਆਈ, ਅਸੀਂ ਅੰਦਰ ਚੱਲੇ ਆ ਔਰ ਜਿਹੜੇ ਇਨਸੀਡੈਂਟਸ ਹੋਏ 26 ਤਰੀਕ ਨੂੰ, ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਪੋਲੀਟੀਕਲ ਵਿਕਟਮਾਈਜੇਸ਼ਨ ਹੋਈ ਆ ਪੰਜਾਬ ਦੇ ਨੌਜਵਾਨਾਂ ਦੀ, ਬਜ਼ੁਰਗਾਂ ਦੀ, ਲੋਕਾਂ ਦੀ, ਵੱਡੇ ਪੱਧਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ, ਉਹ ਮੈਂ ਸਮਝਦਾ ਕਿ ਉਹਦਾ ਪੂਰਾ ਇੱਕ ਸਖਤ ਸਟੈਂਡ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ। ਸੋ ਅੱਜ ਦੇ ਖਬਰ ਪੜਤਾਲ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਆ ਹਰ ਰੋਜ਼ ਸ਼ਾਮ ਦੇ, ਬਿਲਕੁਲ ਹਰ ਰੋਜ਼ ਸ਼ਾਮ ਦੇ ਇੰਡੀਆ ਦੇ ਮੁਤਾਬਿਕ ਸ਼ਾਮ ਨੂੰ 7 ਵਜੇ ਹਰ ਰੋਜ਼ ਪ੍ਰੋਗਰਾਮ ਹੁਣ ਹੋਇਆ ਕਰੇਗਾ, ਜਿਸ ਦੇ ਵਿੱਚ ਡੱਲਾ ਜੀ ਹਾਜ਼ਰ ਹੋਇਆ ਕਰਨਗੇ। ਸਾਰੇ ਦਿਨ ਦੀਆਂ ਗਤੀਵਿਧੀਆਂ ਦੇ ਉੱਤੇ ਚਰਚਾ ਉਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।